ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। परम सन्मानियो गुरु रूप गुरु खालसा साध संगत जी, वाहिगुरु जी का खालसा वाहिगुरु जी की फतेह। जानी जान अंतरजामी त्याग ਅਤੇ ਬੈਰਾਗ ਦੀ ਮੂਰਤ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਭਵਿੱਖ ਨੂੰ ਭਾਂਪਦਿਆਂ ਅਜਿਹੇ ਥਾਂ ਦੀ ਭਾਲ ਆਰੰਭੀ ਜਿੱਥੇ ਟਿਕਾਣਾ ਕਰਨ ਨਾਲ ਈਰਖਾਲੂਆਂ ਤੋਂ ਦੂਰੀ ਪੈ ਸਕੇ। ਇਸ ਦੇ ਨਾਲ ਹੀ ਆਉਣ ਵਾਲੇ ਸਮੇਂ ਵਿੱਚ ਭਾਰਤੀ ਜਨਤਾ ਦੇ ਗਲ ਵਿੱਚ ਪਈਆਂ ਗੁਲਾਮੀ ਦੀਆਂ ਜੰਜੀਰਾਂ ਤੋੜਨ ਅਤੇ ਨਵੀਂ ਕੌਮ ਸਾਜਣ ਦੇ ਜਿੱਥੇ ਕਾਰਜ ਹੋਣੇ ਹਨ ਉਹ ਸੁਰੱਖਿਅਤ ਥਾਂ ਦੀ ਚੋਣ ਕੀਤੀ ਜਾ ਸਕੇ। ਇਸ ਭਾਲ ਵਿੱਚ ਗੁਰੂ ਜੀ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਸ਼੍ਰੀ ਕੀਰਤਪੁਰ ਸਾਹਿਬ ਪਧਾਰੇ ਤੇ ਆਪਣੀ ਦੂਰ ਅੰਦੇਸ਼ੀ ਅਤੇ ਅਨੁਭਵਤਾ ਨਾਲ ਜਿਸ ਜਗ੍ਹਾ ਦਾ ਨਾਮ ਅੱਜ ਕੱਲ੍ਹ ਸ਼੍ਰੀ ਅਨੰਦਪੁਰ ਸਾਹਿਬ ਹੈ, ਉਸ ਜਗ੍ਹਾ ਦੀ ਚੋਣ ਕੀਤੀ। ਇਸ ਦੇ ਚੜ੍ਹਦੇ ਪਾਸੇ ਪਹਾੜੀਆਂ ਦਾ ਘੇਰਾ, ਲਹਿੰਦੇ ਪਾਸੇ ਮੈਦਾਨ ਆਰੰਭ ਹੋਣ ਤੋਂ ਪਹਿਲਾਂ ਦਰਿਆ ਸਤਲੁਜ ਦਾ ਵਹਿਣ ਜੋ ਪਾਣੀ ਦੀ ਲੋੜ ਪੂਰੀ ਕਰਨ ਦੇ ਵੀ ਸਮਰੱਥ ਸੀ ਅਤੇ ਦੁਸ਼ਮਣ ਦੇ ਸਿੱਧਾ ਹਮਲਾਵਰ ਹੋਣ ਦੀ ਹਾਲਤ ਵਿੱਚ ਕਿਲੇ ਦਾ ਕੰਮ ਵੀ ਕਰਦਾ ਸੀ। ਇਹ ਧਰਤੀ ਬਿਲਾਸਪੁਰ ਦੇ ਰਾਜੇ ਦੀ ਰਿਆਸਤ ਵਿੱਚ ਸੀ। ਇਸ ਜਗ੍ਹਾ ਦਾ ਨਾਮ ਪਹਿਲਾਂ ਮਾਖੋਵਾਲ ਸੀ ਜੋ ਉਜਾੜ ਥੇ ਬੀਆਬਾਨ ਤੇ ਪ੍ਰੇਤਾਂ ਦੀ ਧਰਤੀ ਕਹਿਲਾਉਂਦੀ ਸੀ। ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕਹਿਲੂਰ ਬਿਲਾਸਪੁਰ ਦੇ ਰਾਜੇ ਦੀਪ ਚੰਦ ਦੀ ਰਾਣੀ ਡੂੰਗਰ ਚੰਪਾ ਪਾਸੋਂ 2200 ਰੁਪਏ ਮੁੱਲ ਤਾਰ ਕੇ ਇਹ ਜਗ੍ਹਾ ਖਰੀਦ ਲਈ। ਇਸ ਮਾਖੋਵਾਲ ਦੀ ਖਰੀਦੀ ਜ਼ਮੀਨ ਵਿੱਚ ਸਤਿਗੁਰੂ ਤੇਗ ਬਹਾਦਰ ਜੀ ਨੇ 19 ਜੂਨ 1665 ਮੁਤਾਬਕ 21 ਹਾੜ 1722 ਵਿਕਰਮੀ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਦੀ ਹੱਥੀਂ ਨਗਰ ਦੀ ਮੋੜੀ ਗੜਵਾ ਨੀਂਹ ਰੱਖੀ ਤੇ ਇਸ ਨਗਰ ਦਾ ਨਾਮ ਚੱਕ ਨਾਨਕੀ ਰੱਖਿਆ। ਸਤਿਗੁਰੂ ਤੇਗ ਬਹਾਦਰ ਜੀ ਦੇ ਮਾਤਾ ਜੀ ਤੇ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਮਹਿਲ ਮਾਤਾ ਨਾਨਕੀ ਜੀ ਦੇ ਨਾਮ ਤੇ ਚੱਕ ਨਾਨਕੀ ਰੱਖਿਆ ਗਿਆ। ਜਦੋਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਟਨਾ ਸਾਹਿਬ ਤੋਂ ਚੱਕ ਨਾਨਕੀ ਯਾਨੀ ਕਿ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਜੂਹ ਵਿੱਚ ਪੁੱਜੇ, ਤਦੋਂ ਸਾਹਿਬ ਕਲਗੀਧਰ ਜੀ ਨੇ ਆਪਣੇ ਮੁਖਾਰਬਿੰਦ ਚੋਂ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਉਚਾਰਨ ਕੀਤੀ। ਆਨੰਦ ਬਾਣੀ ਦੀਆਂ 5 ਪੌੜੀਆਂ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮਿਲਾਪ ਦੀ ਖੁਸ਼ੀ ਵਿੱਚ ਬੜੇ ਪਿਆਰ ਨਾਲ ਪੜ੍ਹੀਆਂ ਤੇ ਚੱਕ ਨਾਨਕੀ ਨਗਰ ਵਿੱਚ ਦਾਖਲ ਹੋਏ। ਗੋਬਿੰਦ ਰਾਏ ਜੀ ਦੀ ਸ਼ਰਧਾ ਅਤੇ ਪਿਆਰ ਦੇਖ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕੀਤਾ ਕਿ ਹੁਣ ਇਸ ਚੱਕ ਨਾਨਕੀ ਦਾ ਨਾਮ ਸ੍ਰੀ ਅਨੰਦਪੁਰ ਸਾਹਿਬ ਹੋ ਗਿਆ ਹੈ। ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 29 ਸਾਲ ਇਸ ਪਾਵਨ ਧਰਤੀ ਨੂੰ ਆਪਣੀ ਚਰਨ ਛੋਹ ਪ੍ਰਦਾਨ ਕੀਤੀ ਅਤੇ ਇਸ ਪਵਿੱਤਰ ਧਰਤੀ ਤੇ ਬੈਠ ਕੇ ਉਹ ਕਾਰਜ ਕੀਤੇ ਜੋ ਸੰਸਾਰ ਵਿੱਚ ਹੋਰ ਕਿਸੇ ਧਰਤੀ ਤੋਂ ਨਹੀਂ ਹੋ ਸਕੇ। ਇਸੇ ਅਨੰਦਪੁਰ ਦੀ ਧਰਤੀ ਤੋਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਪਰਮ ਪਿਆਰੇ ਗੁਰਦੇਵ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹਿੰਦੂ ਧਰਮ ਅਤੇ ਹਿੰਦੂ ਧਰਮ ਦੇ ਚਿੰਨ੍ਹਾਂ ਤਿਲਕ ਜਨਿਊ ਦੀ ਰਖਵਾਲੀ ਕਰਨ ਹਿੱਤ ਆਪਣੇ ਸਰੀਰ ਦਾ ਬਲੀਦਾਨ ਦੇਣ ਲਈ ਤੋਰਿਆ। ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੀ ਸਤਿਗੁਰੂ ਜੀ ਨੇ ਤੇਗ ਦੀ ਧਾਰ ਦੁਆਰਾ ਪਰਖ ਕਰਕੇ ਖਾਲਸਾ ਕੌਮ ਦੀ ਸਾਜਨਾ ਕੀਤੀ। ਅਨੰਦਪੁਰ ਦੀ ਧਰਤੀ ਤੇ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਦੀਆਂ ਬਖਸ਼ਿਸ਼ਾਂ ਖਾਲਸੇ ਨੇ ਪ੍ਰਾਪਤ ਕੀਤੀਆਂ। ਇਸੇ ਪਾਵਨ ਸਥਾਨ ਤੇ ਸ਼੍ਰੀ ਕਲਗੀਧਰ ਪਿਤਾ ਜੀ ਨੇ ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਦੀ ਅਸਚਰਜ ਅਤੇ ਨਿਵੇਕਲੀਕਾਰ ਕੀਤੀ। ਇਸੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਸਤਿਗੁਰੂ ਜੀ ਨੇ ਨੀਵੇਂ ਕਹੇ ਜਾਣ ਵਾਲੇ ਅਤੇ ਸਮਾਜ ਦੇ ਲਤਾੜੇ ਤੇ ਦੁਰਕਾਰੇ ਮਨੁੱਖਾਂ ਨੂੰ ਸਰਦਾਰੀਆਂ ਪ੍ਰਦਾਨ ਕਰਕੇ ਬਚਨ ਕੀਤੇ। जिनकी बरत गोत कुल माही
सिरदारी नह भई किदाई, इन्हीं को सरदार बनाऊं, तबा गोबिंद सिंह नाम कहाऊं। ਇਸੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਜਰਵਾਣਿਆਂ ਵੱਲੋਂ ਹਿੰਦੂ ਬਹੁ ਬੇਟੀਆਂ ਦੀ ਲੁੱਟੀ ਜਾ ਰਹੀ ਪੱਤ ਨੂੰ ਠੱਲ ਪਾਈ। ਇਸੇ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਦੁਸ਼ਮਣ ਬਣ ਚੜ੍ਹ ਆਏ ਮੁਗਲ ਜਰਨੈਲਾਂ ਨੂੰ ਸਤਿਗੁਰੂ ਜੀ ਨੇ ਆਪਣੀ ਪਾਵਨ ਦ੍ਰਿਸ਼ਟੀ ਨਾਲ ਆਪਣੇ ਮੁਰੀਦ ਬਣਾਇਆ। ਇਸੇ ਹੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਰਣਜੀਤ ਨਗਾਰੇ ਨੇ ਗੂੰਜਾਂ ਪਾਉਣੀਆਂ ਆਰੰਭ ਕੀਤੀਆਂ। ਇਸੇ ਪਾਵਨ ਪਵਿੱਤਰ ਧਰਤੀ ਤੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖ ਭਾਈ ਕਨ੍ਹਈਆ ਜੀ ਪਾਸੋਂ ਰੈੱਡ ਕਰਾਸ ਦੀ ਆਰੰਭਤਾ ਕਰਵਾਈ। ਇਸੇ ਸਥਾਨ ਤੋਂ ਸਤਿਗੁਰੂ ਕਲਗੀਧਰ ਜੀ ਨੇ ਦੇਸ਼ ਦੀ ਸੁਤੰਤਰਤਾ ਲਈ ਕਾਰਜ ਆਰੰਭੇ। ਇਸੇ ਹੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਤਿਗੁਰੂ ਜੀ ਨੇ 4 ਜੰਗਾਂ ਲੜੀਆਂ ਅਤੇ ਚੌਹਾਂ ਵਿੱਚ ਹਿੰਦੂ ਪਹਾੜੀ ਰਾਜਿਆਂ ਅਤੇ ਮੁਗਲ ਫੌਜਾਂ ਨੂੰ ਕਰਾਰੀ ਹਾਰ ਦੇ ਕੇ ਜਿੱਤ ਦੇ ਡੰਕੇ ਵਜਾਏ। ਪੋਠੋਹਾਰ ਦੇ ਇਲਾਕੇ ਦੀ ਨਵ ਵਿਆਹੀ, ਜਿਸ ਨੂੰ ਸੁਘੜਬਾਈ ਆਖਦੇ ਸਨ, ਕੋਮਲ ਹੁਨਰਾਂ ਦੇ ਰਸਕ ਦੀ ਅਤੇ ਉਹ ਆਪ ਵੀ ਕਵਿਤਾ ਲਿਖਦੀ ਸੀ। ਉਸਨੇ ਅਲੜ ਉਮਰ ਵਿੱਚ ਹੀ ਹਿੰਦੂ ਧਰਮ ਗ੍ਰੰਥਾਂ ਦਾ ਪਾਠ ਕਰ ਲਿਆ ਸੀ। ਇਸ ਦੇ ਅਤ ਸੂਖਮ ਦਰਸ਼ਨ ਦੀ ਵਿਚਾਰ ਕੀਤੀ ਸੀ ਅਤੇ ਕਈ ਤਰ੍ਹਾਂ ਦਾ ਗਿਆਨ ਪ੍ਰਾਪਤ ਕਰ ਲਿਆ ਸੀ। ਉਸ ਦੀ ਬਿਰਤੀ ਕੁਦਰਤੀ ਤੌਰ ਤੇ ਵੈਰਾਗਵਾਨ ਸੀ। ਪਰਮਾਤਮਾ ਦਾ ਅਜਿਹਾ ਭਾਣਾ ਵਰਤਿਆ ਕਿ ਵਿਆਹ ਦੇ ਪਹਿਲੇ ਸਾਲ ਹੀ ਉਸ ਦਾ ਪਤੀ ਚਲਾਣਾ ਕਰ ਗਿਆ। ਉਸ ਦੇ ਦਿਲ ਨੂੰ ਇੱਕ ਐਸੀ ਸੁੰਨ ਨੇ ਘੇਰਿਆ ਜਿਵੇਂ ਉਸ ਦੀ ਚੇਤਨਾ ਦਾ ਬ੍ਰਹਿਮੰਡ ਹੀ ਆਪਣੀ ਥਾਂ ਤੋਂ ਹਿੱਲ ਗਿਆ ਹੋਵੇ, ਜਿਵੇਂ ਅਨੰਤ ਫਿਜ਼ਾ ਅਤੇ ਅਕਾਲ ਦੀ ਚਾਦਰ ਐਨੀ ਵੀਰਾਨ ਹੋ ਗਈ ਹੋਵੇ ਕਿ ਉਸ ਉੱਤੇ ਇੱਕ ਵੀ ਤਾਰਾ ਨਾ ਦਿਸਦਾ ਹੋਵੇ, ਜਿਵੇਂ ਹਰ ਇੱਕ ਚੀਜ਼ ਗਵਾਚ ਗਈ ਹੋਵੇ ਅਤੇ ਵੀਰਾਨੀ ਵੀ ਸਖਣੀ ਹੋ ਗਈ ਹੋਵੇ। ਫਿਰ ਉਸਨੇ ਚੇਤਨਾ ਦੇ ਇੱਕ ਬਾਂਝ ਆਲਸ ਨੂੰ ਗਿਆਨ ਸੂਚਨਾ ਦੇ ਭਾਰ ਨਾਲ ਭਰਪੂਰ ਕਰਨਾ ਚਾਹਿਆ। ਕਰਮਕਾਂਡ ਦੀਆਂ ਖਾਲੀ ਅੱਖਾਂ ਨਾਲ ਦੈਵੀ ਰਹੱਸ ਵੇਖਣ ਦਾ ਯਤਨ ਕੀਤਾ। ਅਵਤਾਰਾਂ ਦੀ ਲੀਲਾ ਨੂੰ ਯਾਦ ਕਰਕੇ ਡੋਲੇ ਮਨ ਲਈ ਧਰਵਾਸ ਦਾ ਤਰਲਾ ਲਿਆ। ਮਨ ਸਾਧਨਾ ਦੀਆਂ ਬਰੀਕੀਆਂ ਦੀ ਢੂੰਡ ਕੀਤੀ। ਸਮੇਂ ਦੇ ਅਨੇਕ ਸਾਧੂਆਂ ਦੀ ਸੰਗਤ ਵਿੱਚ ਗਈ, ਪਰ ਉਸ ਦੇ ਦਿਲ ਦੀ ਉਦਾਸੀ ਉਵੇਂ ਦੀ ਉਵੇਂ ਹੀ ਰਹੀ। ਦੂਜੇ ਆਪਸੀ ਸੰਸਾਰ ਵਿੱਚ ਉਸ ਦੇ ਗਿਆਨ ਪ੍ਰਾਪਤੀ ਦੇ ਸੂਖਮ ਯਤਨਾਂ ਦੀ ਪ੍ਰਸਿੱਧੀ ਹੋਈ, ਮਾਨਤਾ ਮਿਲੀ ਅਤੇ ਸੰਸਾਰ ਵੱਲੋਂ ਮਿਲੀ ਇਸ ਨਿਗੁਣੀ ਪ੍ਰਸ਼ੰਸਾ ਨਾਲ ਉਸ ਦਾ ਦਿਲ ਪਰਚਣ ਲੱਗਾ। ਫਿਰ ਉਹ ਧਨ ਦੌਲਤ ਦੀ ਜੁਗਤ ਨਾਲ ਆਪਣੇ ਨਾਮ ਜਪਾਉਣ ਦੇ ਕੱਚੇ ਸਵਾਦ ਵਿੱਚ ਪੈ ਗਈ, ਪਰ ਉਸ ਨੂੰ ਆਪਣੇ ਸਿਮਰਨ ਦੇ ਪਾਵਨ ਇਸ਼ਟ ਦੀ ਉਤਕੰਠਾ ਉਵੇਂ ਹੀ ਰਹੀ। ਰੂਹ ਦੀ ਖਾਲਸ ਕੁਦਰਤ ਨੂੰ ਜਿਸ ਖੇੜੇ ਦੀ ਤਲਾਸ਼ ਸੀ, ਉਸ ਤੱਕ ਰਸਾਈ ਨਾ ਹੋ ਸਕੀ। ਕਦੇ-ਕਦੇ ਉਸ ਦੀ ਅਦ੍ਰਿਸ਼ਟ ਸਿੱਕ ਨੂੰ ਕਲਗੀਆਂ ਵਾਲੇ ਦਾ ਅਹਿਸਾਸ ਠੰਡੀ ਹਵਾ ਵਾਂਗ ਛੋਹਦਾ ਸੀ, ਪਰ ਪਤਾ ਨਹੀਂ ਸੀ ਲੱਗਦਾ ਕਿ ਸੁਖਾਵੀਂ ਛੋਹ ਕਿਧਰੋਂ ਆ ਰਹੀ ਹੈ। ਕੋਲੋਂ ਦੀ ਲੰਘਦੀਆਂ ਸਿੰਘ ਸੰਗਤਾਂ ਉਸ ਅੰਦਰ ਕੋਈ ਤਾਜ਼ਗੀ ਜਗਾਉਂਦੀਆਂ ਸਨ, ਪਰ ਉਸ ਨੂੰ ਇਸ ਮਧੁਰ ਪਰਿਵਰਤਨ ਦੀ ਸਮਝ ਨਹੀਂ ਸੀ ਪੈਂਦੀ। ਵਾਲ ਜਿੰਨੀ ਵਿੱਥ ਉੱਤੇ ਕਿਸੇ ਦੈਵੀ ਪ੍ਰਭਾਵ ਦਾ ਵਸੇਰਾ ਸੀ, ਪਰ ਉਸ ਭਟਕੀ ਹੋਈ ਜਿੰਦ ਨੂੰ ਇਸ ਪੈਂਡੇ ਦਾ ਗਿਆਨ ਨਾ ਮਿਲਿਆ। ਇੱਕ ਦਿਨ ਕਿਸੇ ਪੋਠੋਹਾਰੀ ਸਿੰਘ ਨੇ ਉਸ ਉਦਾਸ ਕੁੜੀ ਨੂੰ ਕਲਗੀਆਂ ਵਾਲੇ ਦਾ ਲਿਖਿਆ ਇੱਕ ਦੈਵੀ ਸੁਨੇਹਾ ਦਿੱਤਾ, ਜਿਸ ਦਾ ਮਤਲਬ ਸੀ ਕਿ ਸਾਰੇ ਭੇਖ ਉਤਾਰ ਦਿਓ, ਐਨੇ ਅਛੂਹ ਹੋ ਜਾਓ ਕਿ ਤੁਹਾਡੀ ਸਿਮਰਨ ਛੋਹ ਤੋਂ ਬਿਨਾਂ ਹੋਰ ਕੁਝ ਨਾ ਰਹੇ। ਫਿਰ ਮੇਰੀ ਪੂਰੀ ਆਨੰਦ ਦਾ ਪੈਂਡਾ ਦਿਸ ਪਵੇਗਾ। ਜਿਵੇਂ ਦੇਰ ਤੋਂ ਉਡੀਕ ਵਿੱਚ ਚੁੱਪ ਬੈਠੀਆਂ ਸਹੰਸਰਾਂ, ਬਿਜਲੀਆਂ ਚਾਣਚੱਕ ਚਮਕ ਪੈਣ, ਐਵੇਂ ਹੀ ਚਿਰਾਂ ਤੋਂ ਰਾਹ ਢੂੰਡਦੀ ਵੈਰਾਗਣ ਪੋਠੋਹਾਰਨ ਦੇ ਤਨ ਮਨ ਅੰਦਰ ਰਸਿਕ ਧਿਆਨ ਦੀ ਅਛੂਹ ਤੀਬਰਤਾ ਝਿਮ-ਝਿਮ ਕਰ ਉੱਠੀ। ਆਖਿਰ ਕਲਗੀਆਂ ਵਾਲੇ ਦਾ ਉਸਨੇ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਆ ਕੇ ਦੀਦਾਰ ਕੀਤਾ, ਅੰਮ੍ਰਿਤਪਾਨ ਕੀਤਾ ਅਤੇ ਬਾਕੀ ਉਮਰ ਕਲਗੀਆਂ ਵਾਲੇ ਦੀ ਯਾਦ ਵਿੱਚ ਹੀ ਬਤੀਤ ਕੀਤੀ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਸੁਘੜਬਾਈ ਤੇ ਸੱਚੇ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ
ਅਤੇ ਉਸ ਦਾ ਜਨਮ ਮਰਨ ਕੱਟ ਦਿੱਤਾ। ਸੋ ਇਸ ਲਈ ਇਸ ਪਾਵਨ ਧਰਤੀ ਦਾ ਜਿੰਨਾ ਸਤਿਕਾਰ ਕਰੀਏ ਥੋੜ੍ਹਾ ਹੈ, ਤੇ ਇਸ ਪਾਵਨ ਧਰਤੀ ਦਾ ਰਿਣ ਚੁਕਾਉਣ ਵਾਸਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਖਾਲਸਾਈ ਰਹਿਣੀ ਰਹਿਤ ਦੇ ਧਾਰਨੀ ਬਣ ਕੇ ਆਪਣੇ ਧਰਮ ਦੇ ਦ੍ਰਿੜ ਧਾਰਨੀ ਬਣੀਏ ਤੇ ਸਤਿਗੁਰਾਂ ਦੇ ਬਚਨਾਂ ਅਨੁਸਾਰ ਅਕਾਲ ਪੁਰਖ ਦੀ ਫੌਜ ਦੇ ਸੰਤ ਸਿਪਾਹੀ ਬਣ ਕੇ ਆਪਣੇ ਧਰਮ ਦੀ ਰਖਵਾਲੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।